ਸੁਪਨੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ, ਜਿਨ੍ਹਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਅਕਸਰ ਕਈ ਲੋਕ ਸੁਪਨਿਆਂ ਨੂੰ ਬਹੁਤ ਸੀਰੀਅਸ ਲੈਂਦੇ ਨੇ ਅਤੇ ਮੰਨਦੇ ਨੇ ਕਿ ਸੁਪਨਿਆਂ ਦੇ ਵਿੱਚ ਦਿਖਣ ਵਾਲੇ ਦ੍ਰਿਸ਼ ਆਉਣ ਵਾਲੀ ਸੱਚਾਈ ਵੱਲ ਇਸ਼ਾਰਾ ਕਰਦੇ ਨੇ ਅਤੇ ਵਿਗਿਆਨ ਇਸ ਨੂੰ ਸਿਰਫ ਦਿਮਾਗ ਦੇ ਵਿੱਚ ਚੱਲ ਰਹੀਆਂ ਯਾਦਾਂ ਦੀ ਛਵੀ ਦੱਸਦਾ ਹੈ। ਪਰ ਕੁਝ ਅਜਿਹੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਵਿੱਚ ਸੱਚ ਵਿੱਚ ਹੀ ਸੁਪਨੇ ਸੱਚ ਹੁੰਦੇ ਵੇਖੇ ਨੇ, ਜਿਸ ਦਾ ਜਵਾਬ ਵਿਗਿਆਨ ਦੇ ਕੋਲ ਵੀ ਨਹੀਂ ਹੈ। ਅਕਸਰ ਤੁਸੀਂ ਇੱਕ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਸੱਪਾਂ ਦੇ ਸੁਪਨੇ ਬਹੁਤ ਆਉਂਦੇ ਨੇ। ਕਈ ਇਨਸਾਨਾਂ ਨੂੰ ਭਿਆਨਕ ਤੋਂ ਭਿਆਨਕ ਹਰ ਰੋਜ਼ ਸੱਪਾਂ ਦੇ ਸੁਪਨੇ ਆਉਂਦੇ ਨੇ ਅਤੇ ਇਹਨਾਂ ਸੱਪਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਬਾਬਿਆਂ ਸਿਆਣਿਆਂ ਦੇ ਕੋਲ ਜਾਂਦੇ ਨੇ। ਪਰ ਜੇਕਰ ਹਰ ਰੋਜ਼ ਇੱਕੋ ਹੀ ਭਿਆਨਕ ਸੱਪ ਦਾ ਸੁਪਨਾ ਆਵੇ ਅਤੇ ਉਹ ਸਿਰਫ ਸੁਪਨੇ ਤੱਕ ਹੀ ਨਹੀਂ ਸਗੋਂ ਸੁਪਨੇ ਤੋਂ ਬਾਹਰ ਆ ਕੇ ਆਪਣਾ ਰੰਗ ਦਿਖਾਵੇ, ਤਾਂ ਤੁਸੀਂ ਉਸ ਨੂੰ ਕੀ ਕਹੋਗੇ? ਅਜਿਹਾ ਹੀ ਕੁਝ ਸਨਮੀਤ ਸਿੰਘ ਦੇ ਨਾਲ ਹੋ ਰਿਹਾ ਸੀ। ਸਾਲ 1991 ਦੇ ਵਿੱਚ ਜਨਮੇ ਸਨਮੀਤ ਸਿੰਘ ਲੁਧਿਆਣਾ ਦੇ ਕੋਲ ਸਾਨੇਵਾਲ ਦੇ ਰਹਿਣ ਵਾਲੇ ਸਨ। ਜੱਟਾਂ ਦਾ ਪਰਿਵਾਰ ਸੀ ਅਤੇ ਪਰਿਵਾਰ ਦਾ ਇੱਕੋ ਇੱਕ ਪੁੱਤ ਸੀ। 5 ਭੈਣਾਂ ਤੋਂ ਬਾਅਦ ਸਨਮੀਤ ਸਿੰਘ ਦਾ ਜਨਮ ਹੋਇਆ ਸੀ। ਸਨਮੀਤ ਦੱਸਦਾ ਹੈ ਕਿ ਜਦੋਂ ਉਹ 5 ਸਾਲਾਂ ਦਾ ਹੋਇਆ ਤਾਂ ਰਾਤਾਂ ਨੂੰ ਡਰ ਕੇ ਉੱਠ ਜਾਇਆ ਕਰਦਾ ਤੇ ਨਾਲ ਹੀ ਉਸ ਨੂੰ ਬੁਖਾਰ ਹੋ ਜਾਂਦਾ। ਦੇਖਦਿਆਂ ਹੀ ਦੇਖਦਿਆਂ 7-8 ਸਾਲ ਦੀ ਉਮਰ ਦੇ ਵਿੱਚ ਸਾਰਾ ਸਰੀਰ ਕਾਲਾ ਪੈ ਜਾਂਦਾ ਸੀ। ਸਨਮੀਤ ਕਹਿੰਦਾ ਹੈ ਕਿ ਜਦੋਂ ਮੈਂ ਹੋਸ਼ ਸੰਭਾਲੀ ਤਾਂ ਮੈਨੂੰ ਇੱਕ ਸੁਪਨਾ ਹਰ ਰੋਜ਼ ਆਉਣ ਲੱਗਿਆ, ਜਿਸ ਦੇ ਵਿੱਚ ਮੈਂ ਸੱਪਾਂ ਦੇ ਨਾਲ ਘਿਰਿਆ ਹੁੰਦਾ ਸੀ ਅਤੇ ਉਹ ਸੱਪ ਮੇਰੇ ਵਾਰ-ਵਾਰ ਡੰਗ ਮਾਰਦੇ ਨੇ। ਉਹ ਦਰਦ ਮੈਂ ਅਸਲ ਦੇ ਵਿੱਚ ਮਹਿਸੂਸ ਕਰਦਾ ਸੀ ਅਤੇ ਨੀਂਦ ਵਿੱਚ ਹੀ ਮੈਨੂੰ ਬੁਖਾਰ ਆ ਜਾਂਦਾ ਸੀ ਤੇ ਸਰੀਰ ਦੇ ਉੱਤੇ ਕਾਲੇ-ਕਾਲੇ ਨਿਸ਼ਾਨ ਪੈ ਜਾਂਦੇ ਸੀ। ਮੈਂ ਆਪਣੇ ਪਿਤਾ ਗੁਰਦਿੱਤ ਸਿੰਘ ਨੂੰ ਦੱਸਿਆ ਕਿ ਮੈਨੂੰ ਹਰ ਰੋਜ਼ ਸੱਪਾਂ ਦਾ ਸੁਪਨਾ ਆਉਂਦਾ ਹੈ। ਉਹੀ ਜਗ੍ਹਾ ਤੇ ਉਹੀ ਦ੍ਰਿਸ਼ ਹਰ ਰੋਜ਼ ਸੁਪਨੇ ਦੇ ਵਿੱਚ ਆਉਂਦਾ ਹੈ ਤੇ ਸੱਪ ਵੀ ਮੈਨੂੰ ਇੱਕੋ ਹੀ ਜਗ੍ਹਾ ਦੇ ਉੱਤੇ ਡੰਗ ਮਾਰਦੇ ਨੇ। ਪਰਿਵਾਰ ਨੂੰ ਇਸ ਗੱਲ ਦੇ ਵਿੱਚ ਕੋਈ ਹੈਰਾਨੀ ਨਹੀਂ ਹੋਈ, ਸਗੋਂ ਮੇਰੇ ਡਰਨ ਤੇ ਸਰੀਰ ਦੇ ਉੱਤੇ ਕਾਲੇ ਨਿਸ਼ਾਨ ਪੈਣ ਦਾ ਅਸਲ ਕਾਰਨ ਪਤਾ ਲੱਗ ਗਿਆ ਸੀ। ਮੇਰੇ ਪਿਤਾ ਨੇ ਸਭ ਤੋਂ ਪਹਿਲਾਂ ਮੈਨੂੰ ਦਿਮਾਗ ਦੇ ਡਾਕਟਰ ਦੇ ਕੋਲ ਦਿਖਾਇਆ। ਕਾਫੀ ਵਾਰ ਡਾਕਟਰ ਨੇ ਕਾਉਂਸਲਿੰਗ ਕੀਤੀ, ਪਰ ਇੱਕ ਰਾਤ ਵੀ ਅਜਿਹੀ ਖਾਲੀ ਨਹੀਂ ਗਈ ਕਿ ਉਹ ਸੱਪਾਂ ਵਾਲਾ ਸੁਪਨਾ ਮੈਨੂੰ ਨਾ ਆਇਆ ਹੋਵੇ। ਡਾਕਟਰੀ ਇਲਾਜ ਬੰਦ ਹੋਇਆ ਕਿਉਂਕਿ ਡਾਕਟਰ ਦਿਮਾਗ ਨੂੰ ਰੈਸਟ ਦੇਣ ਵਾਸਤੇ ਨੀਂਦ ਦੀਆਂ ਗੋਲੀਆਂ ਦੇਣ ਲੱਗ ਪਿਆ ਸੀ। ਸੋ ਬਾਅਦ ਦੇ ਵਿੱਚ ਮੇਰੀ ਉਮਰ 16 ਸਾਲਾਂ ਦੀ ਹੋਈ ਤੇ ਮੇਰੇ ਨਾਲ ਕੁਝ ਬਹੁਤ ਹੀ ਅਜੀਬ ਹੋਇਆ। ਹੁਣ ਉਹ ਸਰੀਰ ਦੇ ਉੱਤੇ ਪੈਣ ਵਾਲੇ ਕਾਲੇ ਦਾਗ ਜ਼ਖਮਾਂ ਦਾ ਰੂਪ ਲੈ ਚੁੱਕੇ ਸੀ। ਪੂਰੇ ਚੰਦ ਦੀ ਰੋਸ਼ਨੀ ਦੇ ਵਿੱਚ ਉਹ ਜ਼ਖਮ ਬਹੁਤ ਚੁਭਦੇ ਸੀ ਤੇ ਫਿਰ 4-5 ਦਿਨਾਂ ਦੇ ਬਾਅਦ ਆਪਣੇ ਆਪ ਹੀ ਗਾਇਬ ਹੋ ਜਾਂਦੇ ਸੀ। ਇਸ ਤਰ੍ਹਾਂ ਬਾਰ-ਬਾਰ ਬਿਮਾਰ ਪੈਣ ਦੇ ਨਾਲ ਮੇਰੀ ਜ਼ਿੰਦਗੀ ਨਰਕ ਬਣ ਚੁੱਕੀ ਸੀ ਤੇ ਮੇਰੀ ਪੜ੍ਹਾਈ ਵੀ ਛੁੱਟਦੀ ਜਾ ਰਹੀ ਸੀ। ਆਖਿਰ ਮੇਰੇ ਪਿਤਾ ਇੱਕ ਦਿਨ ਕੋਈ ਸਿਆਣਾ ਘਰ ਲੈ ਆਏ। ਉਸ ਦਿਨ ਵੀ ਮੈਂ ਬਿਮਾਰ ਸੀ। ਮੇਰੇ ਸਰੀਰ ਦੇ ਉੱਤੇ ਜ਼ਖਮ ਦੇਖ ਕੇ ਉਸਨੇ ਕਿਹਾ ਕਿ ਇਹ ਤਾਂ ਜ਼ਹਿਰ ਦਾ ਅਸਰ ਹੈ, ਇਸ ਦੇ ਉੱਤੇ ਸਰਪ ਦੋਸ਼ ਹੈ। ਉਸ ਸਿਆਣੇ ਨੇ ਕਿਸੇ ਤਰ੍ਹਾਂ ਦਾ ਹਵਨ ਕਰਨ ਵਾਸਤੇ ਕਿਹਾ ਤੇ ਬਾਅਦ ਵਿੱਚ ਘਰ ਦੇ ਵਿੱਚ ਹਵਨ ਹੋਇਆ। ਹਵਨ ਤੋਂ ਬਾਅਦ ਵੀ ਉਸ ਸੁਪਨੇ ਨੇ ਮੇਰਾ ਪਿੱਛਾ ਨਹੀਂ ਛੱਡਿਆ। ਤਾਂ ਹੌਲੀ-ਹੌਲੀ ਉਹ ਜ਼ਖਮ ਸਰੀਰ ਦੇ ਉੱਤੇ ਫੈਲਣ ਲੱਗੇ ਤੇ ਸਰੀਰ ਦੀ ਚਮੜੀ ਹੌਲੀ-ਹੌਲੀ ਗਲਣੀ ਸ਼ੁਰੂ ਹੋ ਗਈ ਤੇ ਮੈਂ ਬਿਲਕੁਲ ਬੈੱਡ ਦੇ ਉੱਤੇ ਆ ਗਿਆ ਤੇ ਮੇਰੀ ਪਰੇਸ਼ਾਨੀ ਦਾ ਕੋਈ ਵੀ ਹੱਲ ਨਹੀਂ ਸੀ। ਪਰਿਵਾਰ ਨੂੰ ਵੀ ਹੁਣ ਕੋਈ ਕਿਨਾਰਾ ਨਹੀਂ ਮਿਲ ਰਿਹਾ ਸੀ। ਡਾਕਟਰ ਨੇ ਵੀ ਕਹਿ ਦਿੱਤਾ ਸੀ ਕਿ ਸਰੀਰ ਦੇ ਵਿੱਚ ਜ਼ਹਿਰ ਫੈਲ ਚੁੱਕਿਆ ਹੈ ਤੇ ਇਸ ਦਾ ਕਾਰਨ ਡਾਕਟਰਾਂ ਨੂੰ ਵੀ ਨਹੀਂ ਮਿਲ ਰਿਹਾ ਸੀ। ਸੋ ਆਖਰ ਇੱਕ ਦਿਨ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਾਰਾ ਪਰਿਵਾਰ ਅਰਦਾਸ ਕਰਨ ਪਹੁੰਚਿਆ ਅਤੇ ਪਵਿੱਤਰ ਖੂਹ ਦੇ ਦਰਸ਼ਨ ਕਰਦਿਆਂ ਸਮੇਂ ਮੈਨੂੰ ਉੱਥੇ ਬਹੁਤ ਸਕੂਨ ਜਿਹਾ ਮਿਲਿਆ ਅਤੇ ਮੈਂ ਉੱਥੇ ਹੀ ਬੈਠ ਗਿਆ। ਅਚਾਨਕ ਹੀ ਇੱਕ ਗੁਰਸਿੱਖ ਮੇਰੇ ਪਿਤਾ ਦੇ ਕੋਲ ਆ ਕੇ ਬੈਠ ਗਿਆ ਤੇ ਮੇਰੇ ਬਾਰੇ ਪੁੱਛਣ ਲੱਗਿਆ। ਮੇਰੇ ਪਿਤਾ ਨੇ ਉਸ ਗੁਰਸਿੱਖ ਨੂੰ ਮੇਰੇ ਬਾਰੇ ਸਭ ਕੁਝ ਦੱਸਿਆ। ਉਹ ਗੁਰਸਿੱਖ ਮੇਰੇ ਵੱਲ ਦੇਖ ਕੇ ਕਹਿਣ ਲੱਗਿਆ ਕਿ ਕੋਈ ਪਿਛਲੇ ਜਨਮ ਦਾ ਕਰਮ ਇਹ ਬੱਚਾ ਆਪਣੇ ਨਾਲ ਹੀ ਲੈ ਆਇਆ ਹੈ ਤੇ ਹੁਣ ਉਹ ਕਰਮ ਇਸ ਦੇ ਸਾਹਮਣੇ ਆ ਰਹੇ ਨੇ। ਉਸ ਗੁਰਸਿੱਖ ਨੇ ਕਿਹਾ ਕਿ ਆਪਣੇ ਪਿਛਲੇ ਜਨਮ ਦੇ ਵਿੱਚ ਤੁਹਾਡਾ ਪੁੱਤਰ ਇੱਕ ਧਨੀ ਵਿਅਕਤੀ ਸੀ ਜੋ ਲੋਕਾਂ ਨੂੰ ਕਰਜ਼ਾ ਦੇ ਕੇ ਵਿਆਜ ਖਾਂਦਾ ਸੀ। ਇੱਕ ਸਿੱਖ ਨੂੰ ਅਜਿਹੇ ਕੰਮ ਨਹੀਂ ਸੋਭਦੇ। ਤੁਹਾਡਾ ਪੁੱਤਰ ਗਰੀਬਾਂ ਤੋਂ ਵੀ ਪੂਰਾ ਵਿਆਜ ਲੈਂਦਾ ਸੀ ਤੇ ਤੰਗ ਪਰੇਸ਼ਾਨ ਕਰਕੇ ਆਪਣਾ ਕਰਜ਼ਾ ਵੀ ਵਸੂਲ ਕਰਦਾ ਸੀ। ਕਰਦਿਆਂ ਉਸਨੇ ਕਾਫੀ ਪੈਸਾ ਇਕੱਠਾ ਕਰ ਲਿਆ, ਪਰ ਆਪਣੀ ਆਦਤ ਤੋਂ ਬਹੁਤ ਕੰਜੂਸ ਸੀ। ਇੱਕ ਵੀ ਪੈਸਾ ਖਰਚ ਕੇ ਰਾਜੀ ਨਹੀਂ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੀ ਪਤਨੀ ਬਿਮਾਰ ਹੋਈ, ਪਰ ਇਸ ਨੇ ਉਸ ਦਾ ਇਲਾਜ ਨਹੀਂ ਕਰਵਾਇਆ। ਬਿਮਾਰੀ ਦੇ ਨਾਲ ਤੜਫ ਕੇ ਉਸ ਦੀ ਪਤਨੀ ਮਰ ਗਈ। ਉਸ ਦੇ ਮਰਨ ਤੋਂ ਬਾਅਦ ਲੋਕਾਂ ਨੇ ਇਸ ਨੂੰ ਤਾਨੇ ਦੇਣੇ ਸ਼ੁਰੂ ਕੀਤੇ ਕਿ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਉਸ ਦੀ ਪਤਨੀ ਤੜਫ ਕੇ ਮਰ ਗਈ, ਜਿਸ ਦਾ ਜ਼ਿੰਮੇਵਾਰ ਉਹ ਖੁਦ ਹੈ। ਆਪਣੀ ਗਲਤੀ ਦਾ ਅਹਿਸਾਸ ਤਾਂ ਹੋਇਆ, ਪਰ ਉਦੋਂ ਤੱਕ ਸਮਾਂ ਲੰਘ ਚੁੱਕਿਆ ਸੀ। ਆਪਣੀ ਪਤਨੀ ਵਾਲੀ ਬਿਮਾਰੀ ਇਸ ਨੂੰ ਵੀ ਸ਼ੁਰੂ ਹੋ ਗਈ, ਪਰ ਜਲਦੀ ਹੀ ਇਸ ਦਾ ਸਮਾਂ ਆ ਗਿਆ। ਉਸ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਹੀ ਇਸ ਦੀ ਐਕਸੀਡੈਂਟ ਦੇ ਨਾਲ ਮੌਤ ਹੋ ਗਈ। ਜਦੋਂ ਇਸ ਦਾ ਐਕਸੀਡੈਂਟ ਹੋਇਆ ਸੀ ਉਸ ਵੇਲੇ ਵੀ ਇਹ ਆਪਣੇ ਕਮਾਏ ਹੋਏ ਪੈਸਿਆਂ ਬਾਰੇ ਸੋਚ ਰਿਹਾ ਸੀ। ਮੇਰਾ ਪਰਿਵਾਰ ਉਸ ਗੁਰਸਿੱਖ ਦੀ ਗੱਲ ਸੁਣ ਕੇ ਸੁੰਨ ਪੈ ਗਿਆ ਕਿ ਇੰਨਾ ਸਭ ਕੁਝ ਉਹ ਕਿਵੇਂ ਜਾਣਦੇ ਨੇ। ਫਿਰ ਉਸ ਗੁਰਸਿੱਖ ਨੇ ਕਿਹਾ ਕਿ ਇਸ ਦੇ ਸੁਪਨੇ ਦੇ ਵਿੱਚ ਆਉਣ ਵਾਲਾ ਸੱਪ ਉਹ ਮਾਇਆ ਪੈਸਿਆਂ ਦਾ ਮੋਹ ਹੈ
ਜੋ ਪਿਛਲੇ ਜਨਮ ਦੇ ਵਿੱਚ ਮਰਦੇ ਹੋਏ ਵੀ ਇਸ ਦੇ ਖਿਆਲਾਂ ਦੇ ਵਿੱਚ ਸੀ ਅਤੇ ਜ਼ਹਿਰੀਲੀ ਬਿਮਾਰੀ ਆਪਣੇ ਪਿਛਲੇ ਕਰਮਾਂ ਦੇ ਨਾਲ ਹੀ ਲੈ ਕੇ ਆਇਆ ਹੈ। ਮੇਰੇ ਪਿਤਾ ਨੇ ਬਿਨਾਂ ਕੁਝ ਸੋਚੇ ਹੱਥ ਜੋੜ ਕੇ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਅਰਦਾਸ ਕਰੋ, ਮੇਰੇ ਪੁੱਤ ਦੇ ਪਿਛਲੇ ਕਰਮ ਬਖਸ਼ਾ ਦਿਓ। ਗੁਰਸਿੱਖ ਉੱਠ ਕੇ ਖੜੇ ਹੋ ਗਏ ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਕਿ ਅੱਜ ਹੀ ਇਸੇ ਸਮੇਂ ਬੈਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ। ਇੱਕ ਵਿਸ਼ਵਾਸ ਤੇ ਹਿੰਮਤ ਮੇਰੇ ਵਿੱਚ ਆਈ ਤੇ ਮੈਂ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਲੱਗਿਆ ਤੇ ਉਹ ਗੁਰਸਿੱਖ ਉੱਥੋਂ ਅੱਖਾਂ ਦੇ ਓਲੇ ਹੀ ਹੋ ਗਿਆ। ਅੱਜ ਇੰਨਾ ਸਮਾਂ ਬੀਤ ਗਿਆ ਹੈ। ਆਲਮਗੀਰ ਪਵਿੱਤਰ ਖੂਹ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ ਅਜਗਰ ਨੂੰ ਕੈਦ ਕੀਤਾ ਸੀ, ਉਸ ਸਥਾਨ ਦੇ ਉੱਤੇ ਬੈਠ ਕੇ ਸ਼ੁਰੂ ਕੀਤੀ ਜਪਜੀ ਸਾਹਿਬ ਦੀ ਬਾਣੀ ਅੱਜ ਤੱਕ ਨਿਰੰਤਰ ਚੱਲਦੀ ਆ ਰਹੀ ਹੈ। ਤੇ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਸ ਦਿਨ ਤੋਂ ਬਾਅਦ ਨਾ ਤਾਂ ਮੈਨੂੰ ਕੋਈ ਸੁਪਨਾ ਆਇਆ ਤੇ ਨਾ ਹੀ ਮੇਰੀ ਕੋਈ ਬਿਮਾਰੀ ਰਹੀ। ਹੁਣ ਮੈਂ ਜੌਬ ਕਰਦਾ ਹਾਂ ਤੇ ਦਸਵੰਧ ਕੱਢ ਕੇ ਲੋਕਾਂ ਦੀ ਸੇਵਾ ਕਰਦਾ ਹਾਂ ਤੇ ਹੌਲੀ-ਹੌਲੀ ਆਪਣੇ ਕਰਮ ਵੀ ਘਟਾ ਰਿਹਾ ਹਾਂ। ਮੇਰੀ ਜੇਬ ਦੇ ਵਿੱਚ ਸਿਰਫ ਆਪਣੇ ਖਰਚੇ ਜੋਗੇ ਹੀ ਪੈਸੇ ਹੁੰਦੇ ਨੇ। ਪਰ ਉਹ ਗੁਰਸਿੱਖ ਕੌਣ ਸੀ, ਉਸ ਨੂੰ ਇਹ ਸਭ ਕੁਝ ਕਿਵੇਂ ਪਤਾ ਸੀ ਜਿਸ ਨੇ ਮੇਰੀ ਸਾਰੀ ਜ਼ਿੰਦਗੀ ਬਦਲ ਦਿੱਤੀ, ਉਹ ਅੱਜ ਤੱਕ ਮੈਨੂੰ ਪਤਾ ਨਹੀਂ ਲੱਗਿਆ। ਤੇ ਕਈ ਵਾਰੀ ਮੈਂ ਸੋਚਦਾ ਹਾਂ ਕਿ ਸ਼ਾਇਦ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਰੂਪ ਸੀ, ਜੋ ਗੱਲਾਂ-ਗੱਲਾਂ ਦੇ ਵਿੱਚ ਹੀ ਮੇਰੇ ਪੁਰਾਣੇ ਕਰਮ ਕੱਟ ਗਏ ਤੇ ਮੈਨੂੰ ਪਤਾ ਤੱਕ ਨਹੀਂ ਲੱਗਿਆ। ਇਹ ਮਾਇਆ ਬੰਦੇ ਨੂੰ ਭਰਮਾ ਲੈਂਦੀ ਹੈ ਅਤੇ ਇਸ ਮਾਇਆ ਦਾ ਡੰਗਿਆ ਬੰਦਾ ਜਨਮਾਂ ਤੱਕ ਘੁੰਮਦਾ ਰਹਿੰਦਾ ਹੈ ਤੇ ਇਸ ਦੀ ਛਾਪ ਨਹੀਂ ਜਾਂਦੀ। ਇਹ ਗੱਲ 100% ਸੱਚ ਹੈ। ਆਪਣੇ ਜੀਵਨ ਨੂੰ ਜਾਂਚ ਕੇ ਦੇਖ ਲਵੋ।